Good morning, student. Class 9th, chapter number 1, Economics, the story of village Palampur, video number 4th, non-farming activity subtopic ਅਸੀਂ ਪੜ੍ਹਨ ਜਾ ਰਹੇ ਹਾਂ ਸਟੂਡੈਂਟ। ਆਈ ਹੋਪ ਤੁਹਾਨੂੰ ਪਹਿਲਾਂ ਵਾਲੀਆਂ ਵੀਡੀਓ ਸਮਝ ਆਈਆਂ ਹੋਣਗੀਆਂ। ਆਪਣੀ ਕੁਐਰੀ ਲਈ ਕਮੈਂਟ ਬਾਕਸ ਵਿੱਚ ਕਮੈਂਟ ਕਰੋ, ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ। ਲੈਟਸ ਵੀ ਸਟਾਰਟ our today's video and subtopic non-farming activities। स्टूडेंट इस तो पहला ਆਪਾਂ फार्मिंग ਨਾਲ रिलेटेड एक्टिविटीज़ पढ़िया सी, जिन्हां दे विच ਅਸੀਂ पढ़िया सीगा कि फार्मिंग एक्टिविटी तो ਜਿਹੜੀ ਇਨਕਮ ਪ੍ਰੋਡਿਊਸ ਕਰਕੇ ਜਿਹੜੇ ਫਾਰਮਰਾਂ ਨੂੰ ਨੌਨ ਫਾਰਮਿੰਗ ਐਕਟੀਵਿਟੀ ਵਿੱਚ ਇਨਵੈਸਟ ਕਰ ਦਿੰਦੇ ਆ। ਅਤੇ ਹੁਣ ਆਪਾਂ ਨੌਨ ਫਾਰਮਿੰਗ ਐਕਟੀਵਿਟੀਜ਼ ਪੜ੍ਹਨੀਆਂ ਪਾਲਮਪੁਰ ਵਿੱਚ ਕਿਹੜੀਆਂ ਕਿਹੜੀਆਂ ਜਿਹੜੀਆਂ ਨੌਨ ਫਾਰਮਿੰਗ ਐਕਟੀਵਿਟੀਜ਼ ਦੇ ਵਿੱਚ ਆਉਂਦੀਆਂ ਹੈਗੀਆਂ। ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈਗਾ ਵੀ ਹੈਵ ਲਰਨਡ ਅਬਾਊਟ ਫਾਰਮਿੰਗ ਐਜ਼ ਅ ਮੇਨ ਪ੍ਰੋਡਕਸ਼ਨ ਐਕਟੀਵਿਟੀ ਇਨ ਪਾਲਮਪੁਰ। ਪਹਿਲਾਂ ਤਾਂ ਆਪਾਂ ਇਹ ਦੇਖਿਆ ਸੀ ਕਿ 70% ਲਗਭਗ ਜਿਹੜੇ ਕਿਸਾਨ ਉਹ ਖੇਤੀ ਕਰਦੇ ਆ। ਵੀ ਸ਼ੈਲ ਨਾਓ ਟੇਕ ਏ ਲੁੱਕ ਐਟ ਸਮ ਆਫ ਦ ਨੌਨ ਫਾਰਮ ਪ੍ਰੋਡਕਸ਼ਨ ਐਕਟੀਵਿਟੀਜ਼। ਅਤੇ ਹੁਣ ਆਪਾਂ ਉਹ ਚੀਜ਼ਾਂ ਦੇਖਾਂਗੇ ਜਿਹੜੀਆਂ ਫਾਰਮਿੰਗ ਨਹੀਂ ਨੌਨ ਫਾਰਮਿੰਗ ਪ੍ਰੋਡਕਸ਼ਨ ਐਕਟੀਵਿਟੀ ਵਿੱਚ ਆਉਂਦੀਆਂ। ਓਨਲੀ 25% ਆਫ ਦ ਪੀਪਲ ਵਰਕਿੰਗ ਇਨ ਪਾਲਮਪੁਰ ਆਰ ਇੰਗੇਜ ਇਨ ਐਕਟੀਵਿਟੀ ਅਦਰ ਦੈਨ ਐਗਰੀਕਲਚਰ। ਤਾਂ ਸਿਰਫ 55% ਪੀਪਲ ਆ ਜਿਹੜੇ ਹੋਰ ਐਕਟੀਵਿਟੀਜ਼ ਦੇ ਵਿੱਚ ਇੰਗੇਜ ਆ। ਇੰਗੇਜ ਵਰਡ ਮੀਨਸ ਸ਼ਾਮਲ ਹੋਣਾ। ਯੂ ਵਿਲ ਫਾਈਂਡ ਯੂਰ ਵਰਡ ਖੇਤੀ ਨਾਲੋਂ, ਖੇਤੀ ਨੂੰ ਛੱਡ ਕੇ ਜਿਹੜੇ ਦੂਸਰੇ ਕੰਮਾਂ ਦੇ ਵਿੱਚ ਜਿਹੜੇ ਇੰਗੇਜ ਆ ਸ਼ਾਮਲ ਆ ਲੋਕ ਕੰਮ ਕਰਦੇ ਆ, ਉਹ ਆਪਾਂ ਉਹਨਾਂ ਦੀ ਗੱਲ ਕਰਨੀ ਹੈ ਨੌਨ ਫਾਰਮਿੰਗ ਐਕਟੀਵਿਟੀਜ਼ ਵਿੱਚ। ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾਂ ਆ ਜਾਂਦਾ ਸਾਡੇ ਕੋਲ ਨੰਬਰ 1 ਡਾਇਰੀ ਦਾ ਅਦਰ ਕਾਮਨ ਐਕਟੀਵਿਟੀਜ਼। ਡਾਇਰੀ ਵੀ ਜਿਹੜੀ ਹੈਗੀ ਆ ਉਹ ਇੱਕ ਹੋਰ ਅਦਰ ਐਕਟੀਵਿਟੀਜ਼ ਆ ਜਿਹੜੀ ਨੌਨ ਫਾਰਮਿੰਗ ਐਕਟੀਵਿਟੀ ਦੇ ਵਿੱਚ ਆਉਂਦੀ ਹੈ। ਡਾਇਰੀ ਇਜ਼ ਏ ਕਾਮਨ ਐਕਟੀਵਿਟੀ ਮੈਨੀ ਫੈਮਲੀਜ਼ ਆਫ ਪਾਲਮਪੁਰ ਦੀਆਂ ਬਹੁਤ ਸਾਰੀਆਂ ਫੈਮਲੀ ਜਿਹੜੀਆਂ ਹੈਗੀਆਂ ਡਾਇਰੀ ਦਾ ਕੰਮ ਕਰਦੀਆਂ। ਪੀਪਲ ਫੀਡ ਦੀਅਰ ਬਫੈਲੋਜ਼ ਔਨ ਵੇਰੀਅਸ ਕਾਈਂਡ ਆਫ ਗਰਾਸ ਐਂਡ ਜਵਾਰ ਐਂਡ ਦ ਬਾਜਰਾ ਦੈਟ ਗਰੋਇੰਗ ਦਾ ਰੇਨੀ ਸੀਜ਼ਨ। ਰੇਨੀ ਸੀਜ਼ਨ ਦੇ ਵਿੱਚ ਜਿਹੜਾ ਜਵਾਰ ਅਤੇ ਬਾਜਰਾ ਬੀਜਿਆ ਜਾਂਦਾ ਜਾਂ ਘਾਹ ਗਰਾਸ ਜਿਹੜਾ ਘਾਹ ਹੈਗਾ ਉਹ ਆਪਣੀ ਬਫੈਲੋਜ਼ ਨੂੰ ਖਵਾਉਂਦੇ ਆ। ਤਾਂ ਮਿਲਕ ਇਜ਼ ਸੋਲਡ ਇਨ ਰਾਏਗੰਜ। ਫਿਰ ਜਿਹੜਾ ਉਹਨਾਂ ਬਫੈਲੋਜ਼ ਤੋਂ ਦੁੱਧ ਪ੍ਰਾਪਤ ਹੁੰਦਾ ਉਹਨੂੰ ਰਾਏਗੰਜ ਵੇਚਿਆ ਜਾਂਦਾ। ਦ ਨੀਅਰ ਬਾਏ ਲਾਰਜ ਵਿਲੇਜ, ਜਿਹੜੀ ਪਿੰਡ ਦੇ ਬਹੁਤ ਨੇੜੇ ਇੱਕ ਲਾਰਜ ਵਿਲੇਜ ਆ। 2 ਟਰੇਡਰ ਫਰੋਮ ਸ਼ਾਹਪੁਰ ਟਾਊਨ, 2 ਟਰੇਡਰ ਆ ਜਿਹੜੇ ਉਹ ਸ਼ਾਹਪੁਰ ਟਾਊਨ ਦੇ ਵਿੱਚ ਹੈਵ ਸੈਟ ਅਪ ਕਲੈਕਸ਼ਨ ਕਮ ਚਿਲਿੰਗ ਸੈਂਟਰ ਐਟ ਰਾਏਗੰਜ ਫਰੋਮ ਵੇਅਰ ਦਾ ਮਿਲਕ ਇਜ਼ ਟਰਾਂਸਪੋਰਟਡ ਫਾਰ ਅਵੇ ਟਾਊਨਸ ਐਂਡ ਸਿਟੀਜ਼। ਹੁਣ ਚਿਲਿੰਗ ਸੈਂਟਰ ਕੀ ਹੁੰਦਾ? ਚਿਲਿੰਗ ਸੈਂਟਰ 'ਤੇ ਦੁੱਧ ਬਹੁਤ ਵੱਡੇ ਜਿਹੜੇ ਫਰੀਜ਼ਰ ਲੱਗੇ ਹੁੰਦੇ ਆ ਜਿੱਥੇ ਉਹਨਾਂ ਨੂੰ ਦੁੱਧ ਨੂੰ ਸਟੋਰ ਕੀਤਾ ਜਾਂਦਾ, ਖਰਾਬ ਹੋਣ ਤੋਂ ਬਚਾਇਆ ਜਾਂਦਾ। 2 ਟਰੇਡਰ ਆਫ ਸ਼ਾਹਪੁਰ ਦੇ ਵਿੱਚ 2 ਟਰੇਡਰ ਜਿਨ੍ਹਾਂ ਨੇ ਚਿਲਿੰਗ ਸੈਂਟਰ ਸੈਟਅਪ ਕਰ ਲਿਆ ਕਲੈਕਸ਼ਨ ਕਰਨ ਵਾਸਤੇ ਦੁੱਧ ਦੀ। ਜਿਹੜਾ ਦੁੱਧ ਕਿਸਾਨ ਲੈ ਕੇ ਆਉਂਦੇ ਆ ਉਹਨਾਂ ਦੀ ਕਲੈਕਸ਼ਨ ਕਰਦੇ ਆ ਅਤੇ ਉਹ ਫਿਰ ਦੂਸਰੀ ਸਿਟੀਜ਼ ਅਤੇ ਟਾਊਨ ਦੇ ਵਿੱਚ ਉਹਨਾਂ ਨੂੰ ਸੇਲ ਕਰਦੇ ਆ। ਚਿੱਲ ਕਰਕੇ ਰੱਖਿਆ ਜਾਂਦਾ ਤਾਂ ਕਿ ਜਦੋਂ ਦੁੱਧ ਨੂੰ ਬਹੁਤ ਜ਼ਿਆਦਾ ਕੋਲਡ ਕਰਕੇ ਠੰਡਾ ਕਰਕੇ ਰੱਖਿਆ ਜਾਂਦਾ ਤਾਂ ਉਹਦੀ ਖਰਾਬ ਹੋਣ ਦੀ ਜਿਹੜੀ ਹੈਗੀ ਆ ਚਾਂਸਿਸ ਬਹੁਤ ਘੱਟ ਜਾਂਦੇ ਆ। ਤਾਂ ਨੈਕਸਟ ਆਪਾਂ ਲੈਟਸ ਡਿਸਕਸ ਕਰਦੇ ਹਾਂ next page ਦੇ ਉੱਪਰ let us take 3 farmer each has grown wheat on the field through the production is different. The consumption of wheat by each farmer family is the same. The whole surplus wheat is the year is used as a capital for the next year production. Also suppose production is twice a capital used in production. ਤਾਂ ਹੁਣ ਹੁੰਦਾ ਕਿ ਇੱਕ ਚਾਰਟ ਦਿੱਤਾ ਹੋਇਆ ਸਾਨੂੰ ਨੀਚੇ ਜਿਹਦੇ ਵਿੱਚ ਕਿਸਾਨ ਦਿੱਤੇ ਹੋਏ ਜਿਨ੍ਹਾਂ ਦੀ ਪ੍ਰੋਡਕਸ਼ਨ ਦੱਸੀ ਹੋਈ ਹੈ ਕਿੰਨੀ ਆ। ਤੁਸੀਂ ਦੇਖੋ ਫਸਟ ਦੀ ਜਿਹੜੀ ਪ੍ਰੋਡਕਸ਼ਨ ਹੈਗੀ ਆ 100 ਜਿਹੜਾ ਹੈਗਾ kg 'ਚ ਦਿੱਤਾ ਹੋਇਆ। ਫਿਰ ਇਹਨਾਂ ਦੀ ਕੰਜ਼ੰਪਸ਼ਨ 40 ਹੈ ਐਂਡ ਸਰਪਲਸ ਉਹਨਾਂ ਕੋਲ ਕਿੰਨੀ ਰਹਿ ਗਈ 60। ਅਤੇ ਕੈਪੀਟਲ ਫਾਰ ਦਾ ਨੈਕਸਟ ਈਅਰ ਉਹਨਾਂ ਕੋਲ 60 ਜਿਹੜੀ ਹੈਗੀ ਆ ਕੈਪੀਟਲ ਬਣ ਗਈ ਕਿਉਂਕਿ ਉਨੀ ਜਿਹੜੀ ਫਸਲ ਆ ਉਹਦਾ ਪੈਸਾ ਜਾਂ ਉਹ ਉਸ ਫਸਲ ਨੂੰ ਵੇਚ ਕੇ ਜਾਂ ਫਸਲ ਨੂੰ ਹੀ ਉਹ ਨੈਕਸਟ ਈਅਰ ਦੇ ਵਿੱਚ ਐਜ਼ ਏ ਕੈਪੀਟਲ ਯੂਜ਼ ਕਰ ਸਕਦੇ ਆ। ਨੈਕਸਟ ਕਿਸਾਨ ਕੋਲ 120 ਆ, ਫਿਰ 40 ਕੰਜ਼ੰਪਸ਼ਨ ਆ, ਬਾਕੀ ਫਿਗਰ ਆਊਟ ਤੁਸੀਂ ਖੁਦ ਕੱਢਣੀ ਆ। ਇਹ ਟੇਬਲ ਸਟੂਡੈਂਟ ਜਿਹੜਾ ਹੈਗਾ ਖੁਦ ਇਹਨੂੰ ਕੰਪਲੀਟ ਕਰਨਗੇ।
ਹੁਣ ਇੱਥੇ ਕੰਜ਼ੰਪਸ਼ਨ 40 ਦਿੱਤੀ ਹੋਈ ਹੈ, ਤੁਸੀਂ ਕੋਈ ਵੀ ਫਿਗਰ ਭਰ ਕੇ ਆਪਣੇ ਆਪ ਥਰਡ ਕਿਸਾਨ ਦੀ ਤੁਸੀਂ ਇੱਥੇ ਕੈਲਕੂਲੇਸ਼ਨ ਸਾਰੀ ਕਰਨੀ ਹੈ। ਸਰਪਲਸ ਕਿੰਨੀ ਆ ਗਈ, ਕੈਪੀਟਲ ਸਾਡੇ ਕੋਲ ਕਿੰਨੀ ਆ ਗਈ। ਜਿਵੇਂ ਇੱਥੇ 100 ਸੀਗੀ, 40 ਸੀ ਇੱਥੇ ਕੰਜ਼ੰਪਸ਼ਨ, ਯੂਜ਼ ਕਿੰਨੀ ਕਰਦੇ ਆ ਉਹ, ਅਤੇ ਜਿੰਨੀ ਵੱਧ ਜਾਂਦੀ ਹੈ 60 ਉਹਨਾਂ ਦੀ ਸਰਪਲਸ ਆ ਗਈ, ਔਰ ਕੈਪੀਟਲ ਵੀ ਉਹਨਾਂ ਕੋਲ 60 ਆ ਗਈ। ਇਸ ਤਰ੍ਹਾਂ ਤੁਸੀਂ ਇਸ ਟੇਬਲ ਨੂੰ ਕੰਪਲੀਟ ਕਰਨਾ। ਫਾਰਮ ਨੰਬਰ 2 ਉਹ ਈਅਰ ਲਿਖੇ ਹੋਏ ਆ। ਫਾਰਮ ਨੰਬਰ 2 ਦੀ ਕੰਜ਼ੰਪਸ਼ਨ ਤੁਸੀਂ ਲਿਖਣੀ ਆ। ਪਹਿਲੇ ਸਾਲ ਇੰਨੀ ਸੀ, ਇੱਥੇ ਇਨਕਰੀਜ਼ ਦਿਖਾਉਣਾ, ਵਾਧਾ ਦਿਖਾਉਣਾ ਹਰ ਸਾਲ। ਪਹਿਲਾ ਸਾਲ 100 ਸੀ, ਫਿਰ 120, ਫਿਰ 140 ਆ ਸਕਦਾ ਇੱਥੇ। ਤਾਂ ਇਸ ਤਰ੍ਹਾਂ ਨੈਕਸਟ ਕਿਸਾਨ ਆ ਉਹਦਾ ਵੀ ਤੁਸੀਂ ਸ਼ੋਅ ਕਰਨਾ ਹੈਗਾ। ਤਾਂ ਟੇਬਲ ਬਾਏ ਸੈਲਫ ਤੁਸੀਂ ਖੁਦ ਕਰਨਾ, ਸਟੂਡੈਂਟ ਦਾ ਵਰਕ ਹੈ। ਕੰਪੇਅਰ ਦਾ ਪ੍ਰੋਡਕਸ਼ਨ ਆਫ ਵੀਟ ਬਾਈ 3 ਫਾਰਮਰ ਓਵਰ ਦਾ ਈਅਰ। ਵਟ ਹੈਪਨ ਦਾ ਫਾਰਮਰ 3 ਇਨ ਦਾ ਈਅਰ 3। ਉਹਦੀ ਪ੍ਰੋਡਕਸ਼ਨ ਸਿਰਫ ਇੰਨੀ ਆ, ਕੰਜ਼ੰਪਸ਼ਨ ਇੰਨੀ ਆ, ਸਰਪਲਸ ਉਹਦੇ ਕੋਲ 20 ਬਚੂਗੀ, ਕੈਪੀਟਲ ਉਹਦੇ ਕੋਲ 20 ਬਚੂਗੀ। ਫਿਰ ਨੈਕਸਟ ਈਅਰ ਕੀ ਹੋਊਗਾ, ਉਹਦੀ ਪ੍ਰੋਡਕਸ਼ਨ ਕਿੰਨੀ ਹੋਊਗੀ। ਨੈਕਸਟ ਅਸੀਂ ਐਗਜ਼ਾਮਪਲ ਲੈਂਦੇ ਹਾਂ ਨੋਨ ਫਾਰਮਿੰਗ ਐਕਟੀਵਿਟੀ ਦੇ ਵਿੱਚ। ਐਗਜ਼ਾਮਪਲ ਆਫ ਸਮਾਲ ਸਕੇਲ ਮੈਨੂਫੈਕਚਰਿੰਗ ਇਨ ਪਾਲਮਪੁਰ। ਹੁਣ ਇੱਥੇ ਮੈਨੂਫੈਕਚਰਿੰਗ ਦਾ ਮੀਨਿੰਗ ਹੁੰਦਾ ਕਿਸੇ ਚੀਜ਼ ਨੂੰ 2 ਜਾਂ 3 ਵਸਤੂਆਂ ਤੋਂ ਲੈ ਕੇ ਇੱਕ ਨਵੀਂ ਪ੍ਰੋਡਕਟ ਜਾਂ ਨਵੀਂ ਸਰਵਿਸ ਜਾਂ ਕੋਈ ਇਕਵਿਪਮੈਂਟ ਪੈਦਾ ਕਰਨਾ ਨੂੰ ਜਿਹੜਾ ਹੈਗਾ ਮੈਨੂਫੈਕਚਰਿੰਗ ਕਹਿੰਦੇ ਆ। ਕਿਸੇ ਵੀ ਚੀਜ਼ ਦਾ ਹੋ ਸਕਦਾ, ਮੈਨੂਫੈਕਚਰਿੰਗ ਆਫ ਗੁਡਸ ਐਂਡ ਸਰਵਿਸਿਸ। ਤਾਂ ਆਪਣਾ ਐਟ ਪ੍ਰੈਜੈਂਟ ਲੈਸ ਦੈਨ 50 ਪੀਪਲ ਆਰ ਇੰਗੇਜ ਇਨ ਮੈਨੂਫੈਕਚਰਿੰਗ ਇਨ ਪਾਲਮਪੁਰ। ਤਾਂ 50 ਲੋਕ ਜਿਹੜੇ ਹੈਗੇ ਆ ਉਹ ਮੈਨੂਫੈਕਚਰਿੰਗ ਦੇ ਵਿੱਚ ਸ਼ਾਮਿਲ ਹੈਗੇ ਆ, ਮੈਨੂਫੈਕਚਰਿੰਗ ਦਾ ਕੰਮ ਕਰਦੇ ਆ। ਅਨਲਾਈਕ ਦਾ ਮੈਨੂਫੈਕਚਰਿੰਗ ਦੈਟ ਟੇਕਸ ਪਲੇਸ ਇਨ ਦਾ ਬਿਗ ਫੈਕਟਰੀ ਇਨ ਦਾ ਟਾਊਨਸ ਐਂਡ ਸਿਟੀਜ਼, ਮੈਨੂਫੈਕਚਰਿੰਗ ਇਨ ਪਾਲਮਪੁਰ ਇਨਵੋਲਵ ਵੈਰੀ ਸਿੰਪਲ ਪ੍ਰੋਡਕਸ਼ਨ ਮੈਥਡ। ਵੈਸੇ ਮੈਨੂਫੈਕਚਰਿੰਗ ਜਿਹੜੀ ਹੁੰਦੀ ਆਮ ਤੌਰ 'ਤੇ ਵੱਡੀਆਂ ਵੱਡੀਆਂ ਫੈਕਟਰੀਆਂ ਦੇ ਵਿੱਚ ਟੇਕ ਪਲੇਸ ਕਰਦੀ ਆ। ਵੱਡੀਆਂ ਫੈਕਟਰੀਆਂ ਦੇ ਵਿੱਚ ਜਿਹੜੇ ਬਣਾਏ ਜਾਂਦੇ, ਜਿਵੇਂ ਸਾਡੇ ਲੁਧਿਆਣਾ ਦੇ ਵਿੱਚ, ਪੰਜਾਬ ਦੇ ਵਿੱਚ ਬੂਨ ਦੀ ਇੱਕ ਫੈਕਟਰੀ ਲੱਗੀ ਆ, ਬੂਨ ਬ੍ਰੈਡ ਪ੍ਰੋਡਿਊਸ ਕਰਦੇ ਆ। ਕਈ ਸਾਰੀਆਂ ਵਰਾਇਟੀਜ਼ ਜਿਹੜੀਆਂ ਬ੍ਰੈਡ ਨਾਲ ਰਿਲੇਟਡ ਆ ਉਹਨਾਂ ਨੂੰ ਪ੍ਰੋਡਿਊਸ ਕਰਦੇ ਆ। ਬਟ ਇੱਥੇ ਜਿਹੜੀ ਮੈਨੂਫੈਕਚਰਿੰਗ ਪਾਲਮਪੁਰ ਦੇ ਵਿੱਚ ਹੋ ਰਹੀ ਆ ਉਹ ਬਹੁਤ ਛੋਟੀ ਆ, ਜਾਂ ਉਹਨਾਂ ਨੂੰ ਘਰਾਂ ਵਿੱਚ ਪ੍ਰੋਡਿਊਸ ਕੀਤਾ ਜਾ ਸਕਦਾ, ਉਹੋ ਜਿਹੀਆਂ ਚੀਜ਼ਾਂ ਨੂੰ ਉਹ ਮੈਨੂਫੈਕਚਰਿੰਗ ਕਰਦੇ ਆ। ਉਹ ਨੈਕਸਟ ਅਸੀਂ ਪੜ੍ਹਦੇ ਹਾਂ ਕੀ ਪ੍ਰੋਡਿਊਸ ਕਰਦੇ ਆ। ਐਂਡ ਡਨ ਔਨ ਏ ਸਮਾਲ ਸਕੇਲ। ਸਮਾਲ ਸਕੇਲ ਦਾ ਮਤਲਬ ਬਹੁਤ ਛੋਟੇ ਪੱਧਰ 'ਤੇ, ਜ਼ਿਆਦਾ ਵੱਡੇ ਪੱਧਰ 'ਤੇ ਨਹੀਂ, ਛੋਟੇ ਪੱਧਰ 'ਤੇ। ਆਰ ਕੈਰੀਡ ਆਊਟ ਮੋਸਟਲੀ ਐਟ ਹੋਮ ਔਰ ਇਨ ਦਾ ਫੀਲਡ ਵਿਦ ਦਾ ਹੈਲਪ ਆਫ ਫੈਮਲੀ ਲੇਬਰ। ਜਾਂ ਤਾਂ ਉਹ ਇਹਨਾਂ ਨੂੰ ਆਪਦੇ ਘਰਾਂ 'ਚ ਹੀ ਪੈਦਾ ਕਰਦੇ ਆ, ਪ੍ਰੋਡਿਊਸ ਕਰਦੇ ਆ, ਜਾਂ ਫਿਰ ਉਹ ਖੇਤ ਦੇ ਵਿੱਚ ਫੈਮਲੀ ਲੇਬਰ ਦੇ ਨਾਲ ਦੀ ਹੈਲਪ ਦੇ ਨਾਲ। ਰੇਅਰਲੀ ਆਰ ਲੇਬਰਰਸ ਹਾਇਰਡ। ਸ਼ਾਇਦ ਹੀ ਜਿਹੜੀ ਹੈਗੀ ਆ ਲੇਬਰ ਨੂੰ ਹਾਇਰ ਕੀਤਾ ਜਾਂਦਾ ਕੰਮ ਕਰਨ ਵਾਸਤੇ। ਸਾਡੇ ਕੋਲ ਇੱਥੇ ਇੱਕ ਐਗਜ਼ਾਮਪਲ ਦਿੱਤੀ ਹੋਈ ਹੈ ਮਿਸ਼ਰੀ ਲਾਲ ਦੀ। ਮਿਸ਼ਰੀ ਲਾਲ ਹੈਜ਼ ਪਰਚੇਜ਼ਡ ਏ ਮਕੈਨੀਕਲ ਸ਼ੂਗਰ ਕੇਨ crushing machine run on electricity and has set up it on his field। ਇੱਕ ਤੇ ਮਿਸ਼ਰੀ ਲਾਲ ਆ ਆਪਣੀ ਸ਼ੂਗਰ ਕੇਨ ਨੂੰ ਜਿਹੜਾ ਹੈ ਕ੍ਰਸ਼ ਕਰਨ ਦਾ, ਉਹਨੂੰ ਪੀੜਨ ਦਾ ਕੰਮ, ਜਿਹਦੇ ਰਾਹੀਂ ਅਸੀਂ ਜੂਸ ਕੱਢਦੇ ਹਾਂ। ਮਸ਼ੀਨ ਖਰੀਦਦਾ ਜਿਹੜੀ ਇਲੈਕਟ੍ਰੀਸਿਟੀ ਨਾਲ ਚੱਲਦੀ ਹੈ ਅਤੇ ਆਪਣੇ ਖੇਤ ਵਿੱਚ ਲਾ ਲੈਂਦਾ। ਸ਼ੂਗਰ ਕੇਨ ਕ੍ਰਸ਼ਿੰਗ ਵਾਜ਼ ਅਰਲੀਅਰ ਡਨ ਵਿਦ ਦਾ ਹੈਲਪ ਆਫ ਬਲੋਕਸ। ਇਹ ਤੋਂ ਪਹਿਲਾਂ ਜਿਹੜਾ ਹੈਗਾ ਇਹ ਇੱਦਾਂ ਦੀ ਮਸ਼ੀਨ ਚਲਾਈ ਜਾਂਦੀ ਸੀਗੀ, ਸਿਰਫ ਕਾਹਦੇ ਨਾਲ, ਹੈਲਪ ਆਫ ਬਲੋਕਸ, ਬਲਦਾਂ ਦੀ ਮਦਦ ਨਾਲ। ਬਟ ਪੀਪਲ ਪ੍ਰੈਫਰ ਟੂ ਡੂ ਇਟ ਬਾਏ ਮਸ਼ੀਨ ਦੀਸ ਡੇਜ਼। ਹੁਣ ਲੋਕ ਬਿਜਲੀਆਂ ਚੱਲਣ ਵਾਲੀ ਮਸ਼ੀਨ ਨੂੰ ਪ੍ਰੈਫਰ ਕਰਦੇ ਆ। ਮਿਸ਼ਰੀ ਲਾਲ ਆਲਸੋ ਬਾਏ ਸ਼ੂਗਰ ਕੇਨ ਫਰੋਮ ਅਦਰ ਫਾਰਮਰ। ਅਤੇ ਮਿਸ਼ਰੀ ਲਾਲ ਜਿਹੜਾ ਹੈਗਾ ਉਹ ਸ਼ੂਗਰ ਕੇਨ ਨੂੰ ਬਾਏ ਕਰਦਾ ਦੂਸਰੇ ਕਿਸਾਨਾਂ ਤੋਂ। ਐਂਡ ਪ੍ਰੋਸੈਸ ਇਟ ਇਨਟੂ ਜਗਰੀ। ਅਤੇ ਇਹਨੂੰ ਕਾਹਦੇ ਵਿੱਚ ਬਦਲ ਦਿੰਦਾ, ਗੁੜ ਦੇ ਵਿੱਚ ਬਦਲ ਦਿੰਦਾ। ਜਗਰੀ ਹੈਜ਼ ਦੈਨ ਸੋਲਡ ਟੂ ਟਰੇਡਰਸ। ਜਿਹੜੀ ਜਗਰੀ ਆ ਉਹ ਇਹਨੂੰ ਵੇਚ ਦਿੱਤੀ ਜਾਂਦੀ ਆ ਟਰੇਡਰ ਆਫ ਸ਼ਾਹਪੁਰ। ਜਿਹੜਾ ਗੁੜ ਬਣਾਇਆ ਹੁੰਦਾ ਉਹਨੂੰ ਫਿਰ ਸ਼ਾਹਪੁਰ 'ਚ ਵੇਚ ਦਿੱਤਾ ਜਾਂਦਾ। ਇਨ ਦਾ ਪ੍ਰੋਸੈਸ ਮਿਸ਼ਰੀ ਲਾਲ ਮੇਕ ਏ ਸਮਾਲ ਪ੍ਰੋਫਿਟ। ਅਤੇ ਇਸ ਪ੍ਰੋਸੈਸ ਦੇ ਵਿੱਚ ਮਿਸ਼ਰੀ ਲਾਲ ਨੂੰ ਫਿਰ ਥੋੜ੍ਹਾ ਜਿਹਾ ਪ੍ਰੋਫਿਟ ਹੁੰਦਾ ਜਦੋਂ ਉਹ ਗੁੜ ਨੂੰ ਪ੍ਰੋਸੈਸ ਬਣਾ ਕੇ ਟਰੇਡਰ ਨੂੰ ਵੇਚਦਾ ਜਾਂ ਬਾਕੀ ਜਗ੍ਹਾ 'ਤੇ ਵੇਚਦਾ ਹੈਗਾ, ਪਿੰਡ ਵਿੱਚ ਜਾਂ ਸ਼ਹਿਰ ਦੇ ਵਿੱਚ। ਨੀਚੇ ਕੁਐਸਚਨ ਦਿੱਤੇ ਤੁਸੀਂ ਇਹਦਾ ਆਨਸਰ ਦੇ ਸਕਦੇ ਹੋ ਕਿ ਮਿਸ਼ਰੀ ਲਾਲ ਕੈਪੀਟਲ ਉਹਦੇ ਲਈ ਕੀ ਹੈ, ਜਗਰੀ ਮੈਨੂਫੈਕਚਰਿੰਗ ਯੂਨਿਟ। ਇਹ ਸਾਰੇ ਕੁਐਸਚਨ ਤੁਸੀਂ ਖੁਦ ਫਾਈਂਡ ਕਰਨੇ ਆ। ਜੇ ਤੁਸੀਂ ਪੈਰਾ ਪੜ੍ਹੋਗੇ ਤੁਸੀਂ ਈਜ਼ਲੀ ਇਹਨਾਂ ਕੁਐਸਚਨ ਦੇ ਆਨਸਰ ਦੇ ਸਕਦੇ ਹੋ। ਪੁਆਇੰਟ ਨੰਬਰ 3 ਸ਼ਾਪਕੀਪਰ ਆਫ ਪਾਲਮਪੁਰ। ਹੁਣ ਸ਼ਾਪਕੀਪਰ ਵੀ ਨੋਨ ਫਾਰਮਿੰਗ ਐਕਟੀਵਿਟੀ ਦੇ ਵਿੱਚ ਆ ਜਾਂਦੀਆਂ। ਆਉਣ ਵਾਲੇ ਕੰਮ ਹੈ ਸ਼ਾਪਕੀਪਰ ਆਫ ਪਾਲਮਪੁਰ।
people involved in trade exchange of goods are not many in Palampur। ਜਿਹੜੇ people ਆ ਉਹ ਟਰੇਡ ਦੇ ਵਿੱਚ ਜਿਹੜੇ ਉਹ ਜ਼ਿਆਦਾ ਨਹੀਂ ਗੇ। the trader of Palampur are shopkeepers। ਜਿਹਦੇ ਟਰੇਡਰ ਆ, ਟਰੇਡ ਹੁੰਦਾ, ਟਰੇਡਰ ਉਹ ਹੁੰਦੇ ਜਿਹੜੇ ਟਰੇਡ ਕਰਦੇ ਆ, ਵਪਾਰ ਕਰਦੇ ਆ, ਉਹ ਸ਼ੌਪਕੀਪਰ ਆ ਮੋਸਟਲੀ। who buying various goods from wholesale। ਅਤੇ ਉਹ ਬਹੁਤ ਸਾਰੀਆਂ ਚੀਜ਼ਾਂ ਖਰੀਦਦੇ ਆ ਹੋਲਸੇਲ ਤੋਂ, ਹੋਲਸੇਲ ਮਾਰਕੀਟ ਤੋਂ, ਇਨ ਦਾ ਸਿਟੀਜ਼ ਐਂਡ ਸੈਲ ਦੇਮ ਇਨ ਦਾ ਵਿਲੇਜ। ਅਤੇ ਉਹਨਾਂ ਨੂੰ ਕਿੱਥੇ ਵੇਚ ਦਿੰਦੇ ਆ? ਵਿਲੇਜ ਦੇ ਵਿੱਚ, ਆਮ ਲੋਕਾਂ ਦੇ ਵਿੱਚ ਵੇਚ ਦਿੰਦੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਹੈ। ਯੂ ਵਿਲ ਸੀ ਸਮਾਲ ਜਨਰਲ ਸਟੋਰ ਇਨ ਦਾ ਵਿਲੇਜ ਸੈਲਿੰਗ ਏ ਵਾਈਡ ਰੇਂਜ ਆਫ ਆਈਟਮ ਲਾਈਕ ਰਾਈਸ, ਵੀਟ, ਸ਼ੂਗਰ, ਟੀ, ਆਇਲ, ਬਿਸਕੁਟ, ਸੋਪ, ਟੂਥਪੇਸਟ, ਬੈਟਰੀਜ਼, ਕੈਂਡਲਸ, ਨੋਟਬੁੱਕਸ, ਪੈਨ, ਪੈਨਸਲ, ਈਵਨ ਸਮ ਕਲੋਥਸ। ਆਪਾਂ ਆਮ ਹੀ ਦੇਖਿਆ ਕਿ ਬਹੁਤ ਸਾਰੀਆਂ ਆਪਾਂ ਸ਼ੌਪ ਦੇਖਦੇ ਹਾਂ ਜਿੱਥੇ ਇਹ ਸਾਰੀਆਂ ਚੀਜ਼ਾਂ ਨੂੰ ਵੇਚਿਆ ਜਾਂਦਾ। ਜਨਰਲ ਸਟੋਰ ਬੋਲਦੇ ਆਪਾਂ ਇਹਨੂੰ, ਜਿੱਥੇ ਆਪਾਂ ਨੂੰ ਰਾਈਸ ਮਿਲਦੇ ਆ, ਟੂਥਪੇਸਟ ਜਿਹੜਾ ਸਾਡਾ ਨਾ ਡੇਲੀ ਯੂਜ਼ਸ ਦੇ ਜਿਹੜੇ ਸਮਾਨ ਆ ਉਹ ਸਾਨੂੰ ਮਿਲਦੇ ਆ। ਤਾਂ ਇਹਨਾਂ ਨੂੰ ਅਸੀਂ ਟਰੇਡਰ ਕਹਾਂਗੇ। A few of the family whose house are close to bus stand have used a part of the space to open small shops। ਅਤੇ ਜਿਹੜੇ ਕੁਛ ਘਰ ਹੈਗੇ ਪਾਲਮਪੁਰ ਦੇ ਵਿੱਚ ਜਿਨ੍ਹਾਂ ਦਾ ਜਿਹੜਾ ਹਾਊਸ ਆ ਉਹ ਬੱਸ ਸਟੈਂਡ ਦੇ ਨਜ਼ਦੀਕ ਆ, ਉਹਨਾਂ ਨੇ ਆਪਣੇ ਘਰਾਂ ਦੇ ਅੱਗੇ ਹੀ ਦੁਕਾਨਾਂ ਬਣਾ ਰੱਖੀਆਂ। ਦੇ ਸੈਲ ਈਟੇਬਲਸ। ਈਟੇਬਲ ਦਾ ਖਾਣ ਪੀਣ ਵਾਲੀ ਚੀਜ਼ਾਂ, ਤਾਂ ਉਹ ਫਿਰ ਕੀ ਕਰਦੇ, ਬੱਸ ਸਟੈਂਡ ਦੇ ਨੇੜੇ ਹੋਣ ਕਰਕੇ ਖਾਣ ਪੀਣ ਵਾਲੀਆਂ ਚੀਜ਼ਾਂ ਨੂੰ ਸੇਲ ਕਰਦੇ ਆ। ਨੈਕਸਟ ਪੜ੍ਹਦੇ ਹਾਂ ਆਪਾਂ। ਸਾਡੇ ਕੋਲ ਇੱਕ ਹੋਰ ਜਿਹੜੀ ਹੈਗੀ ਆ ਉਦਾਹਰਨ, ਐਗਜ਼ਾਮਪਲ ਹੈਗੀ ਕਰੀਮ ਦੀ। ਕਰੀਮ ਹੈਜ਼ ਓਪਨਡ ਅ ਕੰਪਿਊਟਰ ਕਲਾਸ ਸੈਂਟਰ ਇਨ ਦਾ ਵਿਲੇਜ। ਕੰਪਿਊਟਰ ਕਲਾਸ ਉਹਨੇ ਓਪਨ ਕੀਤੀ ਆ ਕਰੀਮ ਨੇ। ਇਨ ਰੀਸੈਂਟ ਈਅਰ ਲਾਰਜ ਨੰਬਰ ਆਫ ਸਟੂਡੈਂਟ ਹੈਵ ਬੀਨ ਅਟੈਂਡਿੰਗ ਕਾਲਜ ਇਨ ਸ਼ਾਹਪੁਰ ਟਾਊਨ। ਰੀਸੈਂਟ ਈਅਰ ਦੇ ਵਿੱਚ ਜਿਹੜੇ ਬਹੁਤ ਸਾਰੇ ਸਟੂਡੈਂਟ ਉਹਨਾਂ ਨੇ ਕਾਲਜ ਜੁਆਇਨ ਕੀਤਾ ਸ਼ਾਹਪੁਰ ਟਾਊਨ ਦੇ ਵਿੱਚ। ਕਰੀਮ ਫਾਊਂਡ ਦੈਟ ਅ ਨੰਬਰ ਆਫ ਸਟੂਡੈਂਟ ਫਰੋਮ ਦਾ ਵਿਲੇਜ ਆਰ ਆਲਸੋ ਅਟੈਂਡਿੰਗ ਕੰਪਿਊਟਰ ਕਲਾਸ ਇਨ ਦਾ ਟਾਊਨ। ਅਤੇ ਹੁਣ ਕਰੀਮ ਨੇ ਇਹ ਦੇਖਿਆ ਕਿ ਬਹੁਤ ਸਾਰੇ ਸਟੂਡੈਂਟ ਆ ਉਹ ਕੰਪਿਊਟਰ ਕਲਾਸ ਵੀ ਜੁਆਇਨ ਕਰ ਰਹੇ ਆ ਜਿਹੜਾ ਹੈਗਾ ਸਿਟੀ ਦੇ ਵਿੱਚ, ਟਾਊਨ ਦੇ ਵਿੱਚ। ਦੇਅਰ ਆਰ 2 ਵੂਮਨ ਇਨ ਦਾ ਵਿਲੇਜ ਹੂ ਹੈਡ ਏ ਡਿਗਰੀ ਇਨ ਕੰਪਿਊਟਰ ਐਪਲੀਕੇਸ਼ਨ। ਉਹਨਾਂ ਨੇ ਦੇਖਿਆ ਕਿ 2 ਵੂਮਨ ਆ ਜਿਨ੍ਹਾਂ ਕੋਲ ਕੰਪਿਊਟਰ ਦੀ ਡਿਗਰੀ ਆ, ਕੰਪਿਊਟਰ ਐਪਲੀਕੇਸ਼ਨ ਦੀ, ਕੰਪਿਊਟਰ ਨੂੰ ਦੀ ਨੋਰਮਲ ਟਾਸਕ ਪਰਫੋਰਮ ਕਰਨ ਵਾਲੀ ਡਿਗਰੀ ਨੂੰ ਕੰਪਿਊਟਰ ਐਪਲੀਕੇਸ਼ਨ ਬੋਲਦੇ ਆ। ਹੀ ਡਿਸਾਈਡਡ ਟੂ ਇੰਪਲਾਈ ਦੈਮ। ਉਹਨੇ ਸੋਚਿਆ ਕਿ ਮੈਂ ਇਹਨਾਂ ਨੂੰ ਕੰਮ ਲਊਂਗਾ ਅਤੇ ਮੈਂ ਕੰਪਿਊਟਰ ਸੈਂਟਰ ਖੋਲ੍ਹੂੰਗਾ। ਹੀ ਬੌਟ ਕੰਪਿਊਟਰ ਐਂਡ ਸੈਟ ਆਫ ਦਾ ਕਲਾਸਿਸ ਇਨ ਦਾ ਫਰੰਟ ਰੂਮ ਆਫ ਦੇਅਰ ਹਾਊਸ ਓਵਰਲੁਕਿੰਗ ਦਾ ਮਾਰਕੀਟ। ਤਾਂ ਉਹਨੇ ਕੰਪਿਊਟਰ ਖਰੀਦੇ, ਕਲਾਸ ਸੈਟਅਪ ਕੀਤੀ ਇਨ ਦਾ ਫਰੰਟ ਰੂਮ ਆਫ ਦੇਅਰ ਹਾਊਸ। ਆਪਣੇ ਘਰ ਦਾ ਪਹਿਲਾ ਕਮਰਾ ਲਿਆ ਉਹਨੇ ਜਿਹੜਾ ਦਰਵਾਜ਼ੇ ਦੇ ਬਿਲਕੁਲ ਨਜ਼ਦੀਕ ਆ, ਜਿਹਨੂੰ ਜਿਹੜਾ ਹੈਗਾ ਓਵਰਲੁਕਿੰਗ ਦਾ ਮਾਰਕੀਟ, ਜਿਹੜਾ ਮਾਰਕੀਟ ਵੱਲ ਨੂੰ ਦਿਖ ਰਿਹਾ ਸੀਗਾ। ਹਾਈ ਸਕੂਲ ਸਟੂਡੈਂਟ ਹੈਵ ਸਟਾਰਟਡ ਅਟੈਂਡਿੰਗ ਦੇਮ ਇਨ ਗੁੱਡ ਨੰਬਰਸ। ਹਾਈ ਸਕੂਲ ਜਿਹੜੇ ਸਟੂਡੈਂਟ ਆ ਉਹ ਫਿਰ ਕੰਪਿਊਟਰ ਕਲਾਸਾਂ ਜੁਆਇਨ ਕਰਨ ਲੱਗੇ, ਅਟੈਂਡ ਕਰਨ ਲੱਗੇ, ਅਤੇ ਕਾਫੀ ਗਿਣਤੀ ਦੇ ਵਿੱਚ। ਗੁੱਡ ਨੰਬਰਸ ਇਨ ਮੀਨਸ ਕਾਫੀ ਗਿਣਤੀ ਦੇ ਵਿੱਚ। ਨੈਕਸਟ ਸਾਡੇ ਕੋਲ ਹੈਗਾ ਟਰਾਂਸਪੋਰਟ, ਇਹ ਫਾਸਟ ਡਿਵੈਲਪਿੰਗ ਸੈਕਟਰ। ਨੈਕਸਟ ਇੱਕ ਹੋਰ ਵੀ ਸਾਡੇ ਕੋਲ ਨੋਨ ਫਾਰਮਿੰਗ ਐਕਟੀਵਿਟੀ ਆ ਜਾਂਦੀ ਆ, ਇਹਨੂੰ ਆਪਾਂ ਕਹਿੰਦੇ ਹਾਂ ਟਰਾਂਸਪੋਰਟ। ਦੇਅਰ ਆਰ ਅ ਵੈਰਾਈਟੀ ਆਫ ਵਹੀਕਲਸ ਔਨ ਦਾ ਰੋਡਸ ਕਨੈਕਟਿੰਗ ਪਾਲਮਪੁਰ ਟੂ ਰਾਏਗੰਜ। ਰਿਕਸ਼ਾ ਵਾਲਾਸ, ਟੋਂਗਾ ਵਾਲਾਸ, ਜੀਪ, ਟਰੈਕਟਰ, ਟਰੱਕ ਡਰਾਈਵਰ ਐਂਡ ਪੀਪਲ ਲਿਵਿੰਗ ਦਾ ਟਰਡੀਸ਼ਨਲ ਬਲੌਕਸ, ਕਾਰਟ ਐਂਡ ਬੋਗੀਜ਼ ਆਰ ਪੀਪਲ ਇਨ ਦਾ ਟਰਾਂਸਪੋਰਟ ਸਰਵਿਸ। ਹੁਣ ਜਿਹੜੀਆਂ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ 'ਤੇ ਮੂਵ ਕਰਨ ਵਾਲੀਆਂ ਸਾਰੀਆਂ ਜਿਹੜੇ ਸੋਰਸ ਆ ਉਹਨਾਂ ਨੂੰ ਅਸੀਂ ਟਰਾਂਸਪੋਰਟੇਸ਼ਨ ਬੋਲਦੇ ਹਾਂ। ਤਾਂ ਟਰਾਂਸਪੋਰਟ ਇੱਕ ਅਲੱਗ ਤੋਂ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਇੱਕ ਆਕੂਪੇਸ਼ਨ ਬਣ ਚੁੱਕਾ, ਕਿੱਤਾ ਬਣ ਚੁੱਕਾ। ਤਾਂ ਪਾਲਮਪੁਰ ਦੇ ਵਿੱਚ ਵੀ ਕੀ ਹੁੰਦਾ ਹੈਗਾ, ਰਾਏਗੰਜ ਦੇ ਵਿੱਚ ਰਿਕਸ਼ੇ ਵਾਲੇ ਆ ਉਹ ਲੋਕਾਂ ਨੂੰ ਬਿਠਾ ਕੇ ਦੂਸਰੀ ਜਗ੍ਹਾ ਲੈ ਕੇ ਜਾਂਦੇ ਆ, ਟੋਂਗੇ ਵਾਲੇ ਆ, ਜੀਪਸ ਆ, ਟਰੈਕਟਰ ਆ, ਟਰੱਕ ਆ ਜਿਹੜੇ ਸਮਾਨ ਨੂੰ ਕੈਰੀ ਕਰਦੇ ਆ, ਟਰੱਕ ਡਰਾਈਵਰਸ। ਪੀਪਲ ਜਿਹੜੇ ਹੈਗੇ ਆ ਟਰਡੀਸ਼ਨਲ ਮੈਥਡ ਆ ਜਿਹੜਾ ਸਾਡੇ ਕੋਲ ਟਰਾਂਸਪੋਰਟਿੰਗ ਦਾ, ਕਿ ਗੱਡੀ ਨਾਲ ਜਿਹੜਾ ਹੈਗਾ ਬਲੋਕਸ ਯੂਜ਼ ਕਰਨਾ, ਹਾਰਸਸ ਯੂਜ਼ ਕਰਨੇ। ਇਹ ਸਾਰੀਆਂ ਸਰਵਿਸ ਜਿਹੜੀਆਂ ਹੈਗੀਆਂ ਪਾਲਮਪੁਰ ਦੇ ਵਿੱਚ ਮੌਜੂਦ ਨੇ, ਟਰਡੀਸ਼ਨਲ ਵੀ ਅਤੇ ਮਾਡਰਨ ਵੀ। ਤਾਂ ਫੈਰੀ ਪੀਪਲ ਐਂਡ ਗੁੱਡਸ ਫਰੋਮ ਵਨ ਪਲੇਸ ਟੂ ਅਨਦਰ। ਜਿਹੜੇ ਲੋਕ ਆ ਚੀਜ਼ਾਂ ਨੂੰ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਲਿਜਾ ਰਹੇ ਨੇ। ਇਨ ਰਿਟਰਨ ਗੈਟ ਪੇਡ ਫਾਰ ਇਟ। ਅਤੇ ਉਹਨਾਂ ਨੂੰ ਇਹਦੇ ਬਦਲੇ ਪੈਸਾ ਮਿਲਦਾ। ਤਾਂ ਜਿਹੜਾ ਸਮਾਨ ਜਿਹੜਾ ਕੈਰੀ ਕਰਨ ਦਾ ਹੈਗਾ ਜਿਹੜਾ ਹੈਗਾ ਸਾਨੂੰ
ਜਿਹੜੇ ਲੋਕ ਕੰਮ ਕਰਦੇ ਆ ਡਰਾਈਵਿੰਗ ਦਾ, ਟਰਾਂਸਪੋਰਟ ਦਾ, ਉਹਨਾਂ ਨੂੰ ਪੈਸਾ ਮਿਲਦਾ। ਅਸੀਂ ਵੀ ਐਗਜ਼ਾਮਪਲ ਲੈ ਲੈਂਦੇ ਕਿ ਕਈ ਵਾਰ ਅਸੀਂ ਕੋਈ ਚੀਜ਼ ਜਿਹੜੀ ਹੈਗੀ ਆ ਮਾਰਕੀਟ ਤੋਂ ਖਰੀਦਦੇ ਹਾਂ, ਸਾਡੇ ਘਰ ਤੱਕ ਉਹਨੂੰ ਛੱਡਣ ਦਾ ਰਿਕਸ਼ਾ ਵਾਲਾ ਜਾਂ ਕੋਈ ਆਟੋ ਵਾਲਾ ਉਹਦੇ ਪੈਸੇ ਚਾਰਜ ਕਰਦਾ, ਤਾਂ ਇਹਨੂੰ ਟਰਾਂਸਪੋਰਟੇਸ਼ਨ ਆਕੂਪੇਸ਼ਨ ਬੋਲਦੇ ਆ। ਦ ਨੰਬਰ ਆਫ ਪੀਪਲ ਇਨਵੋਲਵਡ ਇਨ ਟਰਾਂਸਪੋਰਟ ਹੈਜ਼ ਗਰੋਨ ਓਵਰ ਦ ਲਾਸਟ ਸਿਵਰਲ ਈਅਰ। ਤਾਂ ਬਹੁਤ ਲੋਕ ਦੀ ਗਿਣਤੀ ਵਧੀ ਹੈ ਜਿਹੜੇ ਟਰਾਂਸਪੋਰਟ ਸਿਸਟਮ ਦੇ ਵਿੱਚ ਇਨਵੋਲਵ ਆ, ਉਹਨਾਂ ਦੀ ਗਿਣਤੀ ਹੁਣ ਤੱਕ ਬਹੁਤ ਵੱਧ ਚੁੱਕੀ ਹੈ। ਕਿਸ਼ੋਰਾ ਇਜ਼ ਏ ਫਾਰਮ ਲੇਬਰਰ। ਕਿਸ਼ੋਰਾ ਇੱਕ ਫਾਰਮਰ ਲੇਬਰਰ ਆ, ਸਾਡੇ ਕੋਲ ਐਗਜ਼ਾਮਪਲ ਆ। ਨੈਕਸਟ ਐਗਜ਼ਾਮਪਲ ਪੜ੍ਹਦੇ ਹਾਂ ਆਪਾਂ। ਲਾਈਕ ਅਦਰ ਸਚ ਲੇਬਰਰਸ ਕਿਸ਼ੋਰਾ ਫਾਊਂਡ ਇਟ ਡਿਫੀਕਲਟ ਟੂ ਮੀਟ ਹਿਜ਼ ਫੈਮਲੀ ਨੀਡਸ ਫਰੋਮ ਦ ਵੇਜਸ ਦੈਟ ਹੀ ਰਿਸੀਵਡ। ਕਿਸ਼ੋਰਾ ਨੂੰ ਡਿਫੀਕਲਟ ਹੁੰਦੀ ਸੀਗੀ ਕਿ ਉਹ ਆਪਣੀ ਫੈਮਲੀ ਦੀਆਂ ਨੀਡਸ ਜਿਹੜੀਆਂ ਹੈਗੀਆਂ ਕਿੱਦਾਂ ਪੂਰੀਆਂ ਕਰੇ, ਜਿਹੜੇ ਉਹਨੂੰ ਵੇਜਸ ਪ੍ਰਾਪਤ ਹੁੰਦੇ ਆ, ਉਹਨੂੰ ਜਿਹੜੀ ਸੈਲਰੀ ਮਿਲਦੀ ਆ। ਹੀ ਅ ਫਿਊ ਈਅਰ ਬੈਕ ਕਿਸ਼ੋਰਾ ਟੁੱਕ ਅ ਲੋਨ ਫਰੋਮ ਦ ਬੈਂਕ। ਉਹਨੇ ਇੱਕ ਬੈਂਕ ਤੋਂ ਲੋਨ ਲਿਆ। ਦਿਸ ਵਾਜ਼ ਅੰਡਰ ਦ ਗੌਰਮੈਂਟ ਪ੍ਰੋਗਰਾਮ। ਗੌਰਮੈਂਟ ਦਾ ਕੋਈ ਪ੍ਰੋਗਰਾਮ ਸੀ ਜਿਹਦੇ ਅੰਡਰ ਸਸਤੇ ਲੋਨ ਦਿੱਤੇ ਜਾਂਦੇ ਸੀ। ਵਿਚ ਵਾਜ਼ ਗਿਵਿੰਗ ਚੀਪ ਲੋਨ ਟੂ ਦ ਪੂਅਰ ਲੈਂਡਲੈਸ ਹਾਊਸ ਹੋਲਡ। ਲੈਂਡ ਜਿਨ੍ਹਾਂ ਕੋਲ ਜ਼ਮੀਨ ਨਹੀਂ ਉਹਨਾਂ ਨੂੰ ਲੋਨ ਮਿਲਦੇ ਸੀ ਚੀਪ, ਸਸਤੇ ਲੋਨ, ਜਿਨ੍ਹਾਂ ਦੇ ਉੱਪਰ ਘੱਟ ਵਿਆਜ ਆਉਂਦਾ, ਉਹਨਾਂ ਨੂੰ ਚੀਪ ਲੋਨਸ ਬੋਲਦੇ ਆ। ਕਿਸ਼ੋਰਾ ਅਬਾਊਟ ਏ ਬਫੈਲੋ ਵਿਦ ਦਿਸ ਮਨੀ। ਅਤੇ ਕਿਸ਼ੋਰਾ ਨੇ ਇਸ ਪੈਸੇ ਨਾਲ ਇੱਕ ਜਿਹੜੀ ਹੈਗੀ ਹੈ ਬਫੈਲੋ ਖਰੀਦੀ, ਮੱਝ ਖਰੀਦੀ। ਹਾਊ ਹੀ ਨਾਓ ਸੈਲਸ ਦਾ ਬਫੈਲੋ ਮਿਲਕ। ਹੁਣ ਉਹਨੇ ਬਫੈਲੋ ਦਾ ਮਿਲਕ ਵੇਚਣਾ ਸ਼ੁਰੂ ਕਰਤਾ, ਉਹਦੀ ਇਨਕਮ 'ਚ ਥੋੜ੍ਹਾ ਜਿਹਾ ਵਾਧਾ ਹੋਇਆ। ਫਰਦਰ ਹੀ ਹੈਜ਼ ਅਟੈਚ ਏ ਵੁਡਨ ਕਾਰਟ ਟੂ ਹਿਜ਼ ਬਫੈਲੋ। ਅਤੇ ਨੈਕਸਟ ਉਹਨੇ ਕੀ ਕੀਤਾ, ਇੱਕ ਵੁਡਨ ਕਾਰਟ ਆਪਣੀ ਬਫੈਲੋ ਦੇ ਨਾਲ ਯੂਜ਼ ਕਰਤੀ, ਜਿਹਨੂੰ ਅਸੀਂ ਵੁਡਨ ਕਾਰਟ ਹੁੰਦੀ ਹੈ ਲੱਕੜ ਦੀ ਜਿਹੜੀ ਗੱਡੀ ਹੁੰਦੀ ਹੈ ਉਹਨੂੰ ਅਸੀਂ ਬੋਲਦੇ ਹਾਂ ਵੁਡਨ ਕਾਰਟ। ਐਂਡ ਯੂਜ਼ ਇਟ ਟੂ ਟਰਾਂਸਪੋਰਟ ਵੇਰੀਅਸ ਆਈਟਮ। ਅਤੇ ਹੁਣ ਉਹ ਕੀ ਕਰਨ ਲੱਗ ਗਿਆ, ਇਹਦੇ ਨਾਲ ਟਰਾਂਸਪੋਰਟ ਵੀ ਕਰਨ ਲੱਗ ਗਿਆ ਬਹੁਤ ਸਾਰੀਆਂ ਚੀਜ਼ਾਂ। ਵਨਸ ਏ ਵੀਕ ਹੀ ਗੋਜ਼ ਟੂ ਰਿਵਰ ਗੰਗਾ। ਅਤੇ ਕਈ ਵਾਰੀ ਉਹ ਵੀਕ ਦੇ ਵਿੱਚ ਇੱਕ ਵਾਰੀ ਉਹ ਗੰਗਾ ਰਿਵਰ ਦੇ ਕੰਢੇ 'ਤੇ ਜਾਂਦਾ। ਬਰਿੰਗ ਬੈਕ ਕਲੇ, ਮਿੱਟੀ ਵਾਪਸ ਲੈ ਕੇ ਆਉਂਦਾ। ਫਾਰ ਦਾ ਪੋਟਰ ਜਿਹੜਾ ਹੁੰਦਾ ਮਿੱਟੀ ਦੇ ਭਾਂਡੇ ਬਣਾਉਂਦਾ ਹੁੰਦਾ ਉਹਦੇ ਲਈ। ਔਰ ਸਮ ਟਾਈਮ ਹੀ ਗੋਜ਼ ਟੂ ਸ਼ਾਹਪੁਰ। ਅਤੇ ਕਈ ਵਾਰੀ ਉਹ ਸ਼ਾਹਪੁਰ ਜਾਂਦਾ ਵਿਦ ਦ ਲੋਡ ਆਫ ਜਗਰੀ। ਅਤੇ ਜਗਰੀ ਲੋਡ ਕਰਨ ਲਈ, ਗੁੜ ਲੋਡ ਕਰਨ ਵਾਸਤੇ ਕਈ ਵਾਰੀ ਉਹ ਸ਼ਾਹਪੁਰ ਜਾਂਦਾ। ਔਰ ਅਦਰ ਕੋਮੋਡਿਟੀਜ਼ ਯੂ ਵਿਲ ਫਾਈਂਡ ਅ ਵਰਡ ਇਨ ਯੂਰ ਡਿਕਸ਼ਨਰੀ। ਐਵਰੀ ਮੰਥ ਹੀ ਗੈਟਸ ਸਮ ਵਰਕ ਇਨ ਟਰਾਂਸਪੋਰਟ। ਹਰ ਮਹੀਨੇ ਉਹਨੂੰ ਕੋਈ ਨਾ ਕੋਈ ਕੰਮ ਜਿਹੜਾ ਹੈਗਾ ਟਰਾਂਸਪੋਰਟ ਦਾ ਲੱਭ ਜਾਂਦਾ ਸੀ। ਹੁਣ ਉਹਦੇ ਕੋਲ ਦੇਖੋ ਇਨਕਮ ਦਾ ਸੋਰਸ ਵੱਧ ਗਿਆ। ਉਹ ਜਿਹੜਾ ਬਫੈਲੋ ਦਾ ਮਿਲਕ ਵੇਚ ਰਿਹਾ ਹੈਗਾ ਅਤੇ ਟਰਾਂਸਪੋਰਟ ਦੇ ਕੰਮ ਦੇ ਵਿੱਚੋਂ ਵੀ ਉਹਨੂੰ ਕੋਈ ਨਾ ਕੋਈ ਚੀਜ਼ ਜਿਹੜੀ ਹੈਗੀ ਆ ਪੈਸਾ ਪ੍ਰਾਪਤ ਹੋ ਰਿਹਾ। ਐਜ਼ ਏ ਰਿਜ਼ਲਟ ਕਿਸ਼ੋਰਾ ਇਜ਼ ਏਬਲ ਟੂ ਅਰਨ ਮੋਰ ਦੈਨ ਵਟ ਹੀ ਯੂਜ਼ ਟੂ ਡੂ ਸਮ ਈਅਰ ਬੈਕ। ਅਤੇ ਇਹ ਤੋਂ ਪਹਿਲਾਂ ਜਿਹੜੇ ਕੰਮ ਕਰ ਰਿਹਾ ਸੀ ਹੁਣ ਉਹਦੇ ਕੋਲ ਹੋਰ ਸੋਰਸ ਹੋ ਗਏ ਉਦੋਂ ਵੱਧ ਇਨਕਮ ਕਰਨ ਦੇ, ਅਤੇ ਆਪਣੇ ਫੈਮਿਲੀ ਦੇ ਜਿਹੜੇ ਨੀਡਸ ਆ ਉਹਨਾਂ ਨੂੰ ਉਹ ਪੂਰੀਆਂ ਕਰ ਸਕਦਾ। ਕੁਐਸਚਨ ਯੂ ਵਿਲ ਫਾਈਂਡ ਬਾਈ ਯੋਰ ਸੈਲਫ। ਉਹਦੀ ਫਿਕਸਡ ਕੈਪੀਟਲ ਕੀ ਆ। ਵਟ ਡੂ ਯੂ ਥਿੰਕ ਵੁੱਡ ਬੀ ਹੀਜ਼ ਵਰਕਿੰਗ ਕੈਪੀਟਲ ਉਹਦੀ ਕੀ ਆ। ਇਨ ਹਾਊ ਮੈਨੀ ਪ੍ਰੋਡਕਸ਼ਨ ਐਕਟੀਵਿਟੀਜ਼ ਕਿਸ਼ੋਰਾ ਇਨਵੋਲਵਡ। ਪ੍ਰੋਡਕਸ਼ਨ ਐਕਟੀਵਿਟੀਜ਼ ਕਿੰਨੀਆਂ 'ਚ ਇਨਵੋਲਵ ਆ। ਵੁੱਡ ਯੂ ਸੇ ਕਿਸ਼ੋਰਾ ਹੈਜ਼ ਬੈਨੀਫਿਟਡ ਫਰੋਮ ਦਾ ਬੈਟਰ ਰੋਡਸ ਇਨ ਪਾਲਮਪੁਰ। ਅਤੇ ਪਾਲਮਪੁਰ ਦੇ ਵਿੱਚ ਬੈਟਰ ਰੋਡਸ ਕਰਕੇ ਉਹਨੂੰ ਕੋਈ ਫਾਇਦਾ ਹੋ ਰਿਹਾ ਕਿਸ਼ੋਰਾ ਨੂੰ, ਕੀ ਉਹਨੂੰ ਬੈਨੀਫਿਟ ਹੋ ਰਿਹਾ ਇਸ ਗੱਲ ਤੋਂ ਕਿ ਜਿਹੜੇ ਪਾਲਮਪੁਰ ਦੇ ਵਿੱਚ ਰੋਡ ਆ ਉਹ ਬੈਟਰ ਆ, ਅਤੇ ਉਹ ਜਿਹੜਾ ਹੈਗਾ ਵਿਅਕਤੀ ਆ ਉਹਨੂੰ ਉਸ ਤੋਂ ਫਾਇਦਾ ਹੋ ਰਿਹਾ ਜਦੋਂ ਉਹ ਟਰਾਂਸਪੋਰਟ ਦਾ ਕੰਮ ਕਰ ਰਿਹਾ ਕਿਸ਼ੋਰਾ, ਉਹਨੂੰ ਇਸ ਚੀਜ਼ ਤੋਂ ਕੀ ਫਾਇਦਾ ਹੋ ਰਿਹਾ। ਅਤੇ ਇਹਦੇ ਨਾਲ ਹੀ ਆਈ ਥਿੰਕ ਆਪਣਾ ਚੈਪਟਰ ਕੰਪਲੀਟ ਹੁੰਦਾ। ਸਮਰੀ ਸਟੂਡੈਂਟ ਖੁਦ ਪੜ੍ਹ ਸਕਦੇ ਆ। ਸ਼ਾਰਟ ਦੇ ਵਿੱਚ ਤੁਸੀਂ ਚੈਪਟਰ ਦਾ ਐਕਸਟਰੈਕਟ ਕਰਨ ਲਈ ਜਿਹੜੀ ਹੈਗੀ ਸਮਰੀ ਨੂੰ ਕੰਪਲੀਟ ਕਰ ਸਕਦੇ ਹੋ। ਸਮਰੀ ਦੇ ਵਿੱਚ ਚੈਪਟਰ ਦਾ ਪੂਰਾ ਓਵਰਵਿਊ ਦਿੱਤਾ ਹੋਇਆ ਕਿ ਅਸੀਂ ਕਿਸ ਚੀਜ਼ ਦੀ ਗੱਲ ਕਰਦੇ ਹਾਂ। ਮੇਨ ਕੁਐਸਚਨ ਤੁਸੀਂ ਦੇਖ ਸਕਦੇ ਹੋ, ਫਾਰਮਿੰਗ ਐਂਡ ਨਾਨ ਫਾਰਮਿੰਗ ਐਕਟੀਵਿਟੀਜ਼ ਕਿਹੜੀਆਂ ਉਹਨਾਂ ਬਾਰੇ ਲਿਖ ਸਕਦੇ ਹਾਂ। ਤਾਂ ਸਾਰੀਆਂ ਚੀਜ਼ਾਂ ਬਣ ਸਕਦੀਆਂ ਹੈਗੀਆਂ। नीचे एक्सरसाइज ਦਿੱਤੀ ਹੈ स्टूडेंट। Everybody in India surveyed once in 10 years during the census and some details are in the following format. Fill up the following based in the information on Palampur. Location ਦੱਸਣੀ ਆ, total area of the village, land use ਕਿੰਨੀ ਕੀਤੀ ਜਾਂਦੀ ਆ। ਤਾਂ ਤੁਸੀਂ ਆਪਣੇ ਪਿੰਡ ਦਾ ਸਰਵੇ ਕਰਕੇ ਵੀ ਵਿੱਚ ਲਿਖ ਸਕਦੇ ਹੋ। ਇਰੀਗੇਟਡ ਲੈਂਡ ਕਿੰਨੀ ਆ, ਅਨਇਰੀਗੇਟਡ ਕਿੰਨੀ ਆ,
land not available for cultivation, area covering dwelling, road and pond, grazing grounds। ਤੇ ਇਹ ਸਟੂਡੈਂਟ ਜਿਹੜੇ ਤੁਸੀਂ ਫਿਲਅਪ ਕਰਨੇ ਆ ਬਾਈ ਯੋਰ ਸੈਲਫ ਕਰਨੇ ਆ। ਮੈਡੀਕਲ ਐਜੂਕੇਸ਼ਨਲ ਫੈਸਿਲਿਟੀ ਹੈ ਤਾਂ ਇੱਥੇ ਟਿਕ ਲਗਾਉਣੀ ਹੈ ਯੈਸ ਦੀ। ਜੇ ਮੈਡੀਕਲ ਫੈਸਿਲਿਟੀ ਹੈ ਤਾਂ ਵੀ, ਜੇ ਮਾਰਕੀਟ ਤੁਹਾਡੇ ਏਰੀਆ 'ਚ ਹੈਗੀ ਆ, ਇਲੈਕਟ੍ਰਿਸਿਟੀ ਸਪਲਾਈ ਹੈ, ਕਮਿਊਨੀਕੇਸ਼ਨ ਮਤਲਬ ਕਿ ਟੈਲੀਫੋਨ ਨੈਟਵਰਕ ਜਾਂ ਮੋਬਾਈਲ ਨੈਟਵਰਕ ਹੈ, ਨੀਅਰਸਟ ਟਾਊਨ ਕੋਈ ਹੈ ਤੁਹਾਡੇ ਏਰੀਆ ਦੇ, ਤੁਹਾਡੇ ਵਿਲੇਜ ਦੇ ਨੇੜੇ, ਤਾਂ ਤੁਸੀਂ ਇਹ ਜਿਹੜਾ ਵਰਕ ਆ ਤੁਸੀਂ ਖੁਦ ਕਰਨਾ ਔਰ ਇੱਕ ਟਿਕ ਕਰਕੇ ਲੈ ਕੇ ਆਉਣਾ, ਲਿਖਣਾ ਯੈਸ ਹੈ ਜਾਂ ਨੋ। ਤੁਸੀਂ ਇਹਨੂੰ ਪ੍ਰੋਪਰ ਲਿਖਣਾ ਯੈਸ ਨੋ ਯੈਸ ਨੋ। ਜਿਹੜੀ ਫੈਸਿਲਿਟੀਜ਼ ਤੁਹਾਡੇ ਪਿੰਡ ਦੇ ਵਿੱਚ ਹੈ ਜਾਂ ਨਹੀਂ ਹੈ ਉਹਦੇ ਬਾਰੇ ਕਲੀਅਰ ਕੱਟ ਤੁਸੀਂ ਮੈਂਸ਼ਨ ਕਰਨਾ ਇੱਥੇ ਵਿਦ ਪੈਨਸਲ। ਨੀਚੇ ਕੁਛ ਕੁਐਸਚਨ ਦਿੱਤੇ ਹੋਏ ਆ, ਤੁਸੀਂ ਇਹਨਾਂ ਨੂੰ ਰਾਈਟ ਨਹੀਂ ਕਰਨਾ, ਇਹਨਾਂ ਕੁਐਸਚਨ ਨੂੰ ਫਾਈਂਡ ਕਰਕੇ ਪੜ੍ਹਨਾ ਜ਼ਰੂਰ ਆ ਤਾਂ ਕਿ ਤੁਹਾਨੂੰ ਨੌਲੇਜ ਦੇ ਵਿੱਚ ਹੋਵੇਗੀ ਇਹਦਾ ਕੁਐਸਚਨ ਕੀ ਬਣ ਸਕਦਾ। ਮਾਡਰਨ ਫਾਰਮਿੰਗ ਮੈਥਡ ਰਿਕੁਆਇਰ ਮੋਰ ਇਨਪੁਟ ਵਿਚ ਆਰ ਮੈਨੂਫੈਕਚਰਡ ਇਨ ਇੰਡਸਟਰੀ। ਡੂ ਯੂ ਐਗਰੀ? ਅਸੀਂ ਐਗਰੀ ਹੈਗੇ। ਜਿਹੜੀ ਮਾਡਰਨ ਫਾਰਮਿੰਗ ਮੈਥਡ ਆ ਉਹਦੇ ਲਈ ਇਨਪੁਟ ਜ਼ਿਆਦਾ ਜ਼ਰੂਰਤ ਹੁੰਦੀ ਆ, ਜਿਵੇਂ ਕਿ ਮੈਨੂਫੈਕਚਰਿੰਗ ਦੇ ਇੰਡਸਟਰੀ ਦੇ ਵਿੱਚ ਹੁੰਦੀ ਹੈ। ਵਿਚ ਆਰ ਮੈਨੂਫੈਕਚਰਡ ਇਨ ਇੰਡਸਟਰੀ, ਜਿਹੜੀਆਂ ਚੀਜ਼ਾਂ ਮੈਨੂਫੈਕਚਰ ਹੁੰਦੀਆਂ ਇੰਡਸਟਰੀ ਦੇ ਵਿੱਚ ਉਹਨਾਂ ਦੀ ਜ਼ਰੂਰਤ ਮਾਡਰਨ ਫਾਰਮਿੰਗ ਦੇ ਵਿੱਚ ਪੈਂਦੀ ਹੈ। ਅਸੀਂ ਇਸ ਗੱਲ ਨਾਲ ਐਗਰੀ ਹਾਂ। ਸਪੋਜ਼ ਕਰੋ ਕਿਸੇ ਕੰਪਨੀ ਵਿੱਚ ਟਰੈਕਟਰ ਬਣਿਆ ਹੈਗਾ ਤਾਂ ਟਰੈਕਟਰ ਜਿਹੜਾ ਹੈਗਾ ਟਰੈਕਟਰ ਦਾ ਯੂਜ਼ ਮਾਡਰਨ ਫਾਰਮਿੰਗ ਦੇ ਵਿੱਚ ਜ਼ਰੂਰ ਹੁੰਦਾ। ਹਾਊ ਡਿਡ ਸਪਰੈਡ ਆਫ ਇਲੈਕਟ੍ਰਿਸਿਟੀ ਹੈਲਪ ਫਾਰਮਰ ਇਨ ਪਾਲਮਪੁਰ? ਹੁਣ ਇਲੈਕਟ੍ਰੀਸਿਟੀ ਨੇ ਕਿਵੇਂ ਹੈਲਪ ਕੀਤੀ ਪਾਲਮਪੁਰ ਦੇ ਵਿੱਚ? ਜੇ ਤੁਸੀਂ ਚੈਪਟਰ ਬੜੀ ਡੀਪਲੀ ਪੜ੍ਹਿਆ ਹੋਊਗਾ ਤਾਂ ਇਲੈਕਟ੍ਰੀਸਿਟੀ ਨੇ ਉਹਨਾਂ ਦੇ ਵਿਲੇਜ ਦੇ ਵਿੱਚ ਜਿਹੜੇ ਹੈਗਾ ਟਿਊਬਵੈੱਲ ਆਏ, ਲੋਕਾਂ ਨੇ ਪ੍ਰਾਈਵੇਟ ਟਿਊਬਵੈੱਲ ਜਿਹੜੇ ਹੈਗੇ ਲਗਵਾਏ, ਉਹਨਾਂ ਨਾਲ ਜਿਹੜਾ ਹੈਗਾ ਬਹੁਤ ਵੱਡਾ ਏਰੀਆ ਇਰੀਗੇਟ ਹੋਣ ਲੱਗਿਆ। ਅਤੇ ਹੁਣ ਕੀ ਹੋਣ ਲੱਗਿਆ ਹੈਗਾ, ਉਹਨਾਂ ਦੀ ਜਿਹੜੀ ਬੰਜਰ ਲੈਂਡ ਭੂਮੀ ਸੀ, ਲੈਂਡ ਸੀਗੀ, ਉਹ ਵੀ ਕੀ ਹੋ ਗਈ ਕਲਟੀਵੇਟ ਹੋਣ ਲੱਗੀ, ਉਹਨਾਂ ਦੀ ਉਪਜ ਵਧੀ ਅਤੇ ਉਹਨਾਂ ਦੀ ਇਨਕਮ ਵਧੀ। ਇਜ਼ ਇਟ ਇੰਪੋਰਟੈਂਟ ਟੂ ਇਨਕਰੀਜ਼ ਦਾ ਏਰੀਆ ਅੰਡਰ ਇਰੀਗੇਸ਼ਨ? ਇਹ ਜ਼ਰੂਰੀ ਹੈ ਵੀ ਆਪਾਂ ਜਿਹੜਾ ਸਾਡੇ ਕੋਲ ਜ਼ਮੀਨ ਪਈ ਆ ਅਸੀਂ ਉਹਨੂੰ ਕਲਟੀਵੇਟ ਕਰੀਏ, ਏਰੀਆ ਵਧਾਈਏ ਇਰੀਗੇਸ਼ਨ ਦਾ। ਜੇ ਉਹਨੂੰ ਪਾਣੀ ਲੱਗੂਗਾ ਤਾਂ ਫਿਰ ਸਾਨੂੰ ਫਾਇਦਾ ਹੀ ਹੋਊਗਾ ਕਿ ਅਸੀਂ ਉਹਦੇ ਉੱਪਰ ਆਪਣੀਆਂ ਫਸਲਾਂ, ਫਰੂਟਸ ਕੁਛ ਵੀ ਉਗਾ ਸਕਦੇ ਹਾਂ। ਤਾਂ ਇਹਨਾਂ ਸਾਰੇ ਕੁਐਸਚਨਾਂ ਦੇ ਆਨਸਰ ਤੁਸੀਂ ਫਾਈਂਡ ਕਰਨੇ ਆ ਬੁੱਕ ਦੇ ਵਿੱਚੋਂ ਔਰ ਉਹਨੂੰ ਰੀਡ ਕਰਨਾ 2 to 3 times and no need to student write on the notebook these questions for yourself. For your preparation you can write on your rough notebook and otherwise no need to write on permanent notebook. Your permanent notebook only include word meaning which are finding by yourself during the reading of your lessons. So that's why in the final conclusion I am saying to the student, you have not write the answers of these questions on your permanent notebook. You will write only word meaning which you find during your reading. Thank you very much. Keep watching EH Moga and daily basis student reading the habits POW question answer you will easily find from these chapters and no need to carry extra help book and another books. Only you will read the NCERT books and your paper, your exam will be attempt from only NCERT books. Thank you very much. Keep watching EH Moga.